ਵਿਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਸ੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਉ, ਗੁਰ ਹਿਰਦੈ ਧਿਆਉ। ਸ੍ਰੀ ਗੁਰੂ ਰਾਮਦਾਸ ਗੁਣ ਗਾਉ, ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸੋਭ ਸੁਮਤ ਪ੍ਰਕਾਸ਼ਕ, ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਹੇ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਇਮ ਸਤਿਗੁਰ ਸਭ ਸਿੰਘ ਸੰਭਾਰੇ, ਮਰੇ ਜਿਤਕ ਆਸ਼ੇ ਸਸਕਾਰੇ। ਇਮ ਸਤਿਗੁਰ ਸਭ ਸਿੰਘ ਸੰਭਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਸੁਭਾਏ ਮਾਨ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਨਾਮ ਸਰੂਪ ਬਾਣੀ ਸਰੂਪ, ਖੰਡਾਂ ਬ੍ਰਹਿਮੰਡਾਂ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ, ਗੁਰੂ ਸਵਾਰੀ, ਖਾਲਸਾ ਸਾਧ ਸੰਗਤ ਜੀਓ।
ਆਪ ਗੁਰਮੁਖ ਪਿਆਰੇ ਧਨਤਾ ਦੇ ਯੋਗ ਹੋ, ਜੋ ਕਿਰਪਾਲੂ ਸਤਿਗੁਰੂ ਜੀ ਨੇ ਆਪ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਹ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ, ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠਣ ਦਾ, ਸੰਗਤ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਆਪ ਸੰਗਤਾਂ ਭਲੀ ਪ੍ਰਕਾਰ ਜਾਣੂ ਹੋ ਵੀ ਗੁਰੂ ਘਰ ਦਾ ਜੋ ਨੇਮ ਹੈ, ਗੁਰੂ ਘਰ ਦੀ ਮਰਿਆਦਾ ਹੈ। ਸੰਧਿਆ ਦੇ ਦੀਵਾਨਾਂ ਦੀ ਆਰੰਭਤਾ ਵਿੱਚ ਸਤਿਗੁਰਾਂ ਦੇ ਪਾਵਨ ਸ਼੍ਰੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਆਪ ਸੰਗਤਾਂ ਸਰਵਣ ਕਰਦੇ ਹੋ। ਚੌਜੀ ਪ੍ਰੀਤਮ ਕਲਗੀਧਰ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਾਵਨ ਇਤਿਹਾਸ ਆਪ ਸੰਗਤਾਂ ਰੋਜ਼ਾਨਾ ਸਰਵਣ ਕਰਦੇ ਹੋ। ਪਿਛਲੇ ਪ੍ਰਸੰਗਾਂ ਦੇ ਵਿੱਚ ਸੰਗਤ ਨੇ ਸਰਵਣ ਕੀਤਾ ਹੈ ਵੀ ਮਹਾਰਾਜ ਸਾਹਿਬ ਜੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਭਾਗ ਲਾ ਰਹੇ ਨੇ। ਇੱਥੇ ਪਹਾੜੀ ਰਾਜਿਆਂ ਨੇ ਸਤਿਗੁਰਾਂ ਤੇ ਭਾਰੀ ਫੌਜਾਂ ਦੇ ਨਾਲ ਹਮਲਾ ਕੀਤਾ। ਅਨੰਦਪੁਰ ਸਾਹਿਬ ਦਾ ਦੂਸਰਾ ਜੰਗ ਹੋਇਆ, ਜਿਹਦੇ ਵਿੱਚ 22 ਧਾਰ ਦੇ ਰਾਜਿਆਂ ਵੱਲੋਂ ਫੌਜ ਦੀ ਅਗਵਾਈ ਕਰ ਰਿਹਾ ਜਰਨੈਲ ਜਮਤੁੱਲਾ ਭਾਊ, ਜਿਹਨੇ ਮਹਾਰਾਜ ਤੇ ਚੜ੍ਹਾਈ ਕੀਤੀ ਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜੀਵਨ ਵੇਖੋ। ਮਹਾਰਾਜ ਨੇ ਜਿੰਨੀਆਂ ਵੀ ਜੰਗਾਂ ਲੜੀਆਂ, 6ਵੇਂ ਪਾਤਸ਼ਾਹ ਨੇ, 10ਵੇਂ ਪਾਤਸ਼ਾਹ ਨੇ, ਉਹਨਾਂ ਵਿੱਚੋਂ ਇੱਕ ਵੀ ਜੰਗ ਐਸੀ ਨਹੀਂ ਵੀ ਮਹਾਰਾਜ ਕਿਸੇ ਤੇ ਚੜ੍ਹਾਈ ਕਰਕੇ ਗਏ ਹੋਣ। ਗੁਰੂ ਮਹਾਰਾਜ ਦਾ ਸਿੱਖ ਨੂੰ ਵੀ ਇਹੀ ਹੁਕਮ ਹੈ ਵੀ ਵਾਧਾ ਕਰਨਾ ਨਹੀਂ। ਕਦੀ ਕਿਸੇ ਤੇ ਚੜ੍ਹਾਈ ਕਰਕੇ ਨਹੀਂ ਜਾਣਾ। ਜਿਹੜਾ ਚੜ੍ਹਾਈ ਕਰਕੇ ਆਉਂਦਾ ਫਿਰ ਉਹਦਾ ਲਿਹਾਜ਼ ਨਹੀਂ ਕਰਨਾ। ਸਾਨੂੰ ਸਤਿਗੁਰਾਂ ਨੇ ਸ਼੍ਰੀ ਸਾਹਿਬ ਬਖਸ਼ੀ ਆ, ਤਾਂ ਮਹਾਰਾਜ ਨੇ 10ਵੇਂ ਜਾਮੇ ਵਿੱਚ ਆ ਕੇ ਸ਼੍ਰੀ ਸਾਹਿਬ ਸਾਡੇ ਲਈ ਲਾਜ਼ਮੀ ਕੀਤੀ। ਪਹਿਲੀਆਂ 9 ਪਾਤਸ਼ਾਹੀਆਂ ਉਸ ਹੱਥ ਦੀ ਬਣਾਵਟ ਤਿਆਰ ਕਰਦੀਆਂ ਰਹੀਆਂ, ਜਿਹਦੇ ਵਿੱਚ ਸ਼੍ਰੀ ਸਾਹਿਬ ਫੜੀ ਜਾਣੀ ਹੈ। ਜਿਹਦੇ ਹੱਥ ਵਿੱਚ ਸ਼੍ਰੀ ਸਾਹਿਬ ਹੋਣੀ ਹੈ, ਉਹਦਾ ਮਨ ਜਿਹੜਾ ਹੈ, ਉਹਦਾ ਸੁਭਾਅ ਘੜਨ ਵਿੱਚ 9 ਪਾਤਸ਼ਾਹੀਆਂ ਨੇ ਘਾਲਣਾ ਘਾਲੀ। 10ਵੇਂ ਜਾਮੇ ਵਿੱਚ ਜਾ ਕੇ ਸ਼੍ਰੀ ਸਾਹਿਬ ਸਾਨੂੰ ਪਰਪੱਕਤਾ ਦੇ ਵਿੱਚ ਦਿੱਤੀ, ਲਾਜ਼ਮੀ ਕਰ ਦਿੱਤੀ। ਇਸ ਵਾਸਤੇ ਜਿਹੜਾ ਕੋਈ ਚੜ੍ਹਾਈ ਕਰਕੇ ਆਉਂਦਾ ਫਿਰ ਉਹਦਾ ਲਿਹਾਜ਼ ਕਰਨਾ, ਇਹ ਵੀ ਖਾਲਸੇ ਦੀ ਰਵਾਇਤ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੇ ਨਾਲ ਜੰਗ ਕੀਤਾ। ਫੌਜ ਦਾ ਜਿਹੜਾ ਜਰਨੈਲ ਸੀ ਜਮਤੁੱਲਾ ਭਾਊ, ਉਹ ਪਿਆਰੇ ਭਾਈ ਸਾਹਿਬ ਸਿੰਘ ਜੀ ਦੇ ਹੱਥੋਂ ਜੰਗ ਕਰਦਾ ਹੋਇਆ ਜੰਗ ਦੇ ਮੈਦਾਨ ਅੰਦਰ ਖਤਮ ਹੋ ਗਿਆ। ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਤਰ੍ਹਾਂ ਵਾਰ-ਵਾਰ ਜਿਹੜੀਆਂ ਫੌਜਾਂ ਨੇ ਹੱਲਾ ਕਰਕੇ ਆਈਆਂ ਖਾਲਸਾ ਫੌਜ 'ਤੇ, ਪਰ ਗੁਰੂ ਕੇ ਸਿੰਘ ਉੱਥੇ ਨਿਸ਼ਾਨ ਸਾਹਿਬ ਗੱਡ ਕੇ ਅੜੇ ਰਹੇ। ਅਤੇ ਪਹਾੜੀ ਰਾਜੇ ਜਿਹੜੇ ਸੀ ਉਹ ਹੈਰਾਨ ਰਹਿ ਗਏ, ਉਹਨਾਂ ਦੇ ਮਨ ਡੋਲ ਗਏ। ਜਿਵੇਂ ਹੁਣ ਸਲਾਹਾਂ ਕਰਨਗੇ, ਜੋ ਉਸ ਵੇਲੇ ਦਾ ਇਤਿਹਾਸ ਹੈ, ਆਓ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦਾ ਪਾਵਨ ਜਸ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਇਮ ਸਤਿਗੁਰ ਸਭ ਸਿੰਘ ਸੰਭਾਰੇ। ਇਸ ਤਰ੍ਹਾਂ ਜਦੋਂ ਜਮਤੁੱਲਾ ਭਾਊ ਮਾਰਿਆ ਗਿਆ ਤਾਂ ਇੱਕ ਤਰ੍ਹਾਂ ਕਹਿ ਲਈਏ ਵੀ ਜੰਗ ਇੱਕ ਹਿਸਾਬ ਨਾਲ ਜਿੱਤੀ ਗਈ, ਜਰਨੈਲ ਮਾਰਿਆ ਗਿਆ। ਜਦੋਂ ਜਰਨੈਲ ਮਰ ਜਾਂਦੇ ਨੇ ਤੇ ਫੌਜਾਂ ਜਿਹੜੀਆਂ ਨੇ ਬਹੁਤੀਆਂ ਭੱਜ ਜਾਇਆ ਕਰਦੀਆਂ। ਕਦੇ ਵੀ ਜਰਨੈਲਾਂ ਤੋਂ ਬਿਨਾਂ ਫੌਜਾਂ ਦੀ ਫਤਿਹ ਨਹੀਂ ਹੁੰਦੀ।
ਤਾਂ ਜਦੋਂ ਇਹ ਜਮਤੁੱਲਾ ਭਾਊ ਮਾਰਿਆ ਗਿਆ, ਸਤਿਗੁਰਾਂ ਨੇ ਜਿਹੜੇ ਗੁਰੂ ਘਰ ਦੇ ਮਹਾਨ ਸੂਰਮੇ, ਸਤਿਗੁਰਾਂ ਦੇ ਪ੍ਰੇਮ ਵਾਲੇ ਸਿੰਘ ਜਿਹੜੇ ਜੰਗ ਦੇ ਮੈਦਾਨ ਅੰਦਰ ਲੜੇ ਸੀ, ਜਿਨ੍ਹਾਂ ਨੂੰ ਫੱਟ ਲੱਗੇ ਸੀ, ਜ਼ਖਮੀ ਹੋ ਗਏ ਸੀ, ਮੇਰੇ ਗਰੀਬ ਨਵਾਜ਼ ਸਤਿਗੁਰਾਂ ਨੇ ਉਹਨਾਂ ਦੀ ਸੰਭਾਲ ਕੀਤੀ, ਉਹਨਾਂ ਨੂੰ ਸੰਭਾਲਿਆ, ਉਹਨਾਂ ਦੀ ਮਲਮ ਪੱਟੀ ਕਰਵਾਈ ਹੈ। ਮਰੇ ਜਿਤਕ ਆਸ਼ੇ ਸੰਸਕਾਰੇ। ਤੇ ਜਿਹੜੇ ਸ਼ਹੀਦੀ ਪ੍ਰਾਪਤ ਕਰ ਗਏ, ਜਿਹੜੇ ਸ਼ਹਾਦਤ ਦੀ ਅਵਧੀ ਨੂੰ ਪਹੁੰਚ ਗਏ, ਸਤਿਗੁਰਾਂ ਨੇ ਬੜੇ ਪ੍ਰੇਮ ਦੇ ਨਾਲ, ਬੜੇ ਸਤਿਕਾਰ ਦੇ ਨਾਲ ਸ਼ਹੀਦਾਂ ਦੇ ਸੰਸਕਾਰ ਕੀਤੇ। ਸ਼ਹੀਦ ਦਾ ਬੜਾ ਵੱਡਾ ਸਤਿਕਾਰ ਹੈ। ਚਲੋ ਇਹ ਤਾਂ ਉਹ ਸੂਰਮੇ ਨੇ ਜਿਹੜੇ ਗੁਰੂ ਘਰ ਲਈ, ਗੁਰੂ ਸਾਹਿਬ ਲਈ ਲੜੇ, ਪਰ ਗੁਰੂ ਘਰ ਦੇ ਵਿੱਚ ਜੇ ਕੋਈ ਸੂਰਮਾ ਗੁਰੂ ਸਾਹਿਬ ਨਾਲ ਲੜਦਾ ਵੀ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੁੰਦਾ, ਮਹਾਰਾਜ ਉਹਦਾ ਵੀ ਸਤਿਕਾਰ ਕਰਦੇ ਨੇ, ਭਾਵੇਂ ਦੂਜੇ ਧਰਮ ਦਾ, ਭਾਵੇਂ ਵਿਰੋਧੀ ਹੈ, ਪਰ ਸਤਿਗੁਰੂ ਜੀ ਉਹਦਾ ਵੀ ਸੰਸਕਾਰ ਕਰਦੇ ਨੇ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ, ਉਹ ਜਦੋਂ ਕੋਈ ਮੁਸਲਮਾਨ ਮਰਦੇ ਸੀ ਨਾ ਜੰਗ ਦੇ ਮੈਦਾਨ ਵਿੱਚ, ਤੇ ਉਹਨਾਂ ਦੀਆਂ ਲੋਥਾਂ ਨੂੰ, ਉਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਮਹਾਰਾਜ ਜੀ ਬੜੇ ਸਤਿਕਾਰ ਦੇ ਨਾਲ ਦਫਨ ਕਰਵਾਇਆ ਕਰਦੇ ਸੀ। ਸਿੱਖਾਂ ਨੂੰ ਵਿਸ਼ੇਸ਼ ਕਰਕੇ ਹੁਕਮ ਕੀਤਾ ਜਾਂਦਾ ਸੀ ਵੀ ਇਹਨੂੰ ਹੁਣ ਵੈਰੀ ਨਹੀਂ ਸਮਝਣਾ, ਇਹਦੀ ਮ੍ਰਿਤਕ ਦੇਹ ਦੇ ਨਾਲ ਮਾੜਾ ਵਿਹਾਰ ਨਹੀਂ ਕਰਨਾ। ਇਹ ਸੂਰਮਾ ਸੀ ਜਿਹੜਾ ਜੰਗ ਦੇ ਮੈਦਾਨ ਵਿੱਚ ਆਇਆ, ਕਿਉਂਕਿ ਸੂਰਮੇ ਮਰਦ ਹੁੰਦੇ ਜਿਹੜੇ ਮੈਦਾਨਾਂ ਵਿੱਚ ਜਾਂਦੇ ਨੇ, ਤੇ ਮਹਾਰਾਜ ਸੂਰਮੇ ਦੀ ਕਦਰ ਕਰਦੇ ਨੇ। ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਆਪਾਂ ਰਚਨਾ ਪੜ੍ਹਦੇ ਹਾਂ ਨਾ, ਮਹਾਰਾਜ ਦੀ ਅਕਾਲੀ ਬਾਣੀ ਪੜ੍ਹਦੇ ਹਾਂ, ਤੇ ਸਤਿਗੁਰਾਂ ਨੇ ਉੱਥੇ ਦੈਂਤਾਂ ਨੂੰ ਵੀ ਸੂਰਮੇ ਲਿਖਿਆ, ਕਿਉਂਕਿ ਉਹ ਅੜੇ ਨੇ। ਤੇ ਛੇਵੇਂ ਪਾਤਸ਼ਾਹ ਜਦੋਂ ਕਿਸੇ ਨੂੰ ਦਫਨਾਉਂਦੇ ਨੇ, ਕਿਸੇ ਵੈਰੀ ਦੇ ਸਰੀਰ ਨੂੰ, ਤੇ ਸਿੰਘਾਂ ਨੂੰ ਹੁਕਮ ਕਰਦੇ ਨੇ ਵੀ ਇਹਦੀ ਤਲਵਾਰ ਵੀ ਇਹਦੇ ਨਾਲ ਦਫਨਾਓ। ਇਹ ਸੂਰਮੇ ਦਾ ਸਤਿਕਾਰ ਹੁੰਦਾ ਹੈ, ਉਹਦਾ ਸ਼ਸਤਰ ਉਹਦੇ ਨਾਲ ਦਫਨਾ ਦੇਣਾ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੇ ਸਿੰਘਾਂ ਦਾ ਬੜੇ ਸਤਿਕਾਰ ਦੇ ਨਾਲ ਸੰਸਕਾਰ ਕਰਵਾਇਆ ਹੈ। ਪਰਮ ਗਤੀ ਕਹੋ ਪ੍ਰਾਪਤ ਕਰੇ। ਤਾਂ ਜਿਹੜੇ ਸਿੰਘ ਨੇ ਜਿਨ੍ਹਾਂ ਨੇ ਜੰਗ ਦੇ ਮੈਦਾਨ ਅੰਦਰ ਸ਼ਹਾਦਤ ਪ੍ਰਾਪਤ ਕੀਤੀ ਹੈ, ਉਹ ਮਹਾਰਾਜ ਕਹਿੰਦੇ ਪਰਮ ਗਤੀ ਨੂੰ ਪ੍ਰਾਪਤ ਹੋਣਗੇ, ਭਾਵ ਪਰਮੇਸ਼ਰ ਦਾ ਰੂਪ ਹੋ ਜਾਣਗੇ, ਪਰਮੇਸ਼ਰ ਦੇ ਵਿੱਚ ਲੀਨ ਹੋ ਜਾਣਗੇ, ਉਹਨਾਂ ਨੂੰ ਜਨਮ ਮਰਨ ਦੇ ਵਿੱਚ ਨਹੀਂ ਆਉਣਾ ਪਏਗਾ। ਇਹ ਸਤਿਗੁਰਾਂ ਨੇ ਵਰ ਦਿੱਤੇ ਨੇ। ਹਰ ਧਰਮ ਦੇ ਵਿੱਚ ਆਪਣੀ ਆਪਣੀ ਮਾਨਤਾ ਹੁੰਦੀ ਹੈ। ਕੁਝ ਧਰਮਾਂ ਦਾ ਇਹ ਮੰਨਣਾ ਹੁੰਦਾ ਵੀ ਜਦੋਂ ਜੰਗ ਤੋਂ ਪਹਿਲਾਂ ਤੁਰਦੇ ਨੇ, ਉਹਨਾਂ ਨੂੰ ਆਖਿਆ ਜਾਂਦਾ ਵੀ ਤੁਹਾਨੂੰ ਜੰਨਤ ਦੇ ਵਿੱਚ ਹੂਰਾਂ ਮਿਲਣਗੀਆਂ, ਉਹਨਾਂ ਨੂੰ ਸ਼ਰਾਬਾਂ ਦੇ ਲਾਲਚ ਦਿੱਤੇ ਜਾਂਦੇ ਨੇ। ਪਰ ਸਾਧ ਸੰਗਤ ਜੀ ਬੇਨਤੀ ਕਰਾਂ, ਜੇ ਇਹ ਦੁਨਿਆਵੀ ਚੀਜ਼ਾਂ ਹੀ ਉੱਥੇ ਲੈਣ ਜਾਣਾ, ਫਿਰ ਉਹ ਸੱਚਖੰਡ ਕੀ ਹੋਇਆ? ਉਹ ਤਾਂ ਇੱਕ ਆਨੰਦ ਅਵਸਥਾ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਅਵਸਥਾ ਦੀ ਗੱਲ ਕਰਦੇ ਨੇ, ਪਰਮ ਗਤੀ ਦੀ, ਵੀ ਇਹਨਾਂ ਨੂੰ ਪਰਮ ਗਤੀ ਪ੍ਰਾਪਤ ਹੋਏਗੀ, ਇਹ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਹੋਣਗੇ। ਗੁਰ ਹਿਤ ਸਮੁਖ ਜੰਗ ਪੁਨ ਮਰੇ। ਜਿਹੜੇ ਗੁਰੂ ਮਹਾਰਾਜ ਦੇ ਖਾਤਰ ਆਪਣੇ ਗੁਰੂ ਲਈ ਵੈਰੀਆਂ ਦੇ ਸਨਮੁਖ ਹੋ ਕੇ, ਵੈਰੀਆਂ ਦੇ ਆਮੋ ਸਾਹਮਣੇ ਲੜਦੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਏ ਹਨ, ਇਸ ਦੇ ਪਰੇ ਲਾਭ ਕਿਆ ਹੈ? ਤਾਂ ਇਹਦੋਂ ਵੱਡਾ ਤਾਂ ਕਹਿੰਦੇ ਕੋਈ ਲਾਭ ਹੀ ਨਹੀਂ ਸੰਸਾਰ ਤੇ। ਸ਼ਹਾਦਤ ਤੋਂ ਵੱਡਾ ਕੋਈ ਲਾਭ ਨਹੀਂ। ਪੁਰਾਤਨ ਸਿੰਘ ਜਿਹੜੇ ਸੀ, ਉਹ ਕਿਸੇ ਮੋਰਚੇ ਤੇ ਜਾਣ ਲੱਗਿਆਂ, ਕਿਸੇ ਜੰਗ ਯੁੱਧ ਤੇ ਜਾਣ ਲੱਗਿਆਂ ਅਰਦਾਸਾਂ ਕਰਦੇ ਹੁੰਦੇ ਸੀ ਵੀ ਮਹਾਰਾਜ ਸਾਨੂੰ ਸ਼ਹੀਦੀ ਦੀ ਦਾਤ ਬਖਸ਼ ਦੇ, ਕਿਰਪਾ ਕਰ ਅਸੀਂ ਸ਼ਹਾਦਤ ਪ੍ਰਾਪਤ ਕਰ ਸਕੀਏ, ਕਿਉਂਕਿ ਇਹਦੋਂ ਵੱਡੀ ਤਾਂ ਕੋਈ ਸੰਸਾਰ ਤੇ ਪ੍ਰਾਪਤੀ ਹੀ ਨਹੀਂ ਹੈ। ਸ਼ਹੀਦ ਦਾ ਬੜਾ ਵੱਡਾ ਰੁਤਬਾ ਹੈ। ਤਾਂ ਸਿੱਖ ਜਿਹੜੇ ਨੇ ਉਹ ਵੀ ਬਚਨ ਕਰਦੇ ਨੇ ਵੀ ਇਹਨਾਂ ਸਿੱਖਾਂ ਨੇ ਜੋ ਪ੍ਰਾਪਤ ਕਰ ਲਿਆ, ਇਹਦੋਂ ਵੱਡਾ ਤਾਂ ਕੋਈ ਨਫਾ ਹੀ ਨਹੀਂ ਸੰਸਾਰ ਤੇ। ਜੋ ਪਰਲੋਕ ਸੁਧਾਰਨ ਚਾਹੈ। ਤਾਂ ਜਿਹੜੇ ਪਰਲੋਕ ਸੁਧਾਰਨਾ ਚਾਹੁੰਦੇ ਨੇ, ਆ ਸਾਨੂੰ ਲੋਕ ਦੀ ਬੜੀ ਚਿੰਤਾ ਰਹਿੰਦੀ ਹੈ ਵੀ ਇੱਥੇ ਸਾਡੇ ਨਾਲ ਕੀ ਹੁੰਦਾ, ਪਰ ਜੋ ਅੱਗੇ ਹੋਣਾ ਉਹਦਾ ਸਾਨੂੰ ਕੋਈ ਫਿਕਰ ਨਹੀਂ।
ਬਸ ਅਸੀਂ ਨਾ ਆ ਦੁਨੀਆ ਦੇ ਪਿੱਛੇ ਭੱਜਦੇ ਹਾਂ। ਪਰ ਬਾਣੀ ਕਹਿੰਦੀ ਆ, ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ। ਦੁਨੀਆ ਨਾਲ ਨਹੀਂ ਜਾਣੀ। ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਇਹ ਤਾਂ ਕਹਿੰਦੇ ਆਪਣੇ ਹੱਥੀ ਆਪਣੇ ਪੈਰਾਂ ਤੇ ਕੁਹਾੜਾ ਮਾਰ ਰਿਹਾ ਮਨੁੱਖ, ਜਿਹੜਾ ਦੁਨੀਆ ਦੇ ਕਰਕੇ, ਲੋਕ ਦੇ ਕਰਕੇ ਆਪਣਾ ਪਰਲੋਕ ਵਿਗਾੜ ਰਿਹਾ ਹੈ। ਪਰ ਜਿਹੜੇ ਗੁਰੂ ਦੀ ਖਾਤਰ ਸ਼ਹੀਦ ਹੁੰਦੇ ਨੇ, ਉਹ ਤਾਂ ਕਹਿੰਦੇ ਪਰਲੋਕ ਉਹਨਾਂ ਦਾ ਸੌਰ ਜਾਂਦਾ। ਉਹ ਤਾਂ ਲੋਕ ਪਰਲੋਕ ਦੋਵੇਂ ਹੀ ਸਫਲੇ ਕਰ ਜਾਂਦੇ ਹਨ। ਦਰਸ਼ਨ ਕਰ ਕਰ ਭੋਜਨ ਖਾਏ। ਤੇ ਫਿਰ ਜਿਹੜੇ ਸਿੱਖ ਸੀ ਉਹਨਾਂ ਨੇ ਆ ਕੇ ਮਹਾਰਾਜ ਦੇ ਦਰਸ਼ਨ ਕੀਤੇ। ਜਿਹੜੇ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੇ ਦਰਸ਼ਨ ਕੀਤੇ, ਤੇ ਦਰਸ਼ਨ ਕਰ ਕਰਕੇ ਫਿਰ ਜਾ ਕੇ ਲੰਗਰ ਪ੍ਰਸ਼ਾਦਾ ਛਕਿਆ ਹੈ। ਬਹੁਰ ਮੋਰਚੇ ਸਿੰਘ ਸਿਧਾਏ। ਫਿਰ ਜਿਹੜੇ ਸਿੰਘ ਸੀ ਪ੍ਰਸ਼ਾਦਾ ਪਾਣੀ ਛਕ ਕੇ ਤਿਆਰ ਬਰ ਤਿਆਰ ਹੋਏ ਨੇ, ਜਾ ਕੇ ਫਿਰ ਆਪਣੇ ਮੋਰਚਿਆਂ ਤੇ ਡਟ ਗਏ ਹਨ। ਕਸੇ ਤਫੰਗਨ ਆਦੇ ਖਰੇ। ਤਾਂ ਇਸ ਤਰ੍ਹਾਂ ਅੱਧੇ ਕੁ ਜਿਹੜੇ ਸਿੱਖ ਸੀ ਉਹ ਆਪਣੀਆਂ ਬੰਦੂਕਾਂ, ਜੋ ਉਦੋਂ ਬੰਦੂਕਾਂ ਹੁੰਦੀਆਂ ਸੀ, ਗਾਜ ਵਾਲੀਆਂ ਬੰਦੂਕਾਂ ਹੁੰਦੀਆਂ ਸੀ ਉਹਨਾਂ ਸਮਿਆਂ ਦੇ ਵਿੱਚ, ਬਰੂਦ ਭਰ ਕੇ ਵਿੱਚ ਗੱਜ ਮਾਰਿਆ ਜਾਂਦਾ ਸੀ। ਫਿਰ ਉਹਦੇ ਵਿੱਚ ਜਿਹੜੇ ਉਹ ਸ਼ਰੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਉਹ ਪਾਏ ਜਾਂਦੇ ਸੀ। ਇਸ ਤਰ੍ਹਾਂ ਉਹ ਚੱਲਦੀਆਂ ਸੀ। ਤਾਂ ਉਹ ਆਪਣੀਆਂ ਬੰਦੂਕਾਂ ਭਰ ਕੇ ਸਿੰਘ ਸੂਰਮੇ ਜਿਹੜੇ ਨੇ ਉਹ ਅੱਧੇ ਕੁ ਮੋਰਚਿਆਂ ਦੇ ਵਿੱਚ ਤਿਆਰ ਬਰ ਤਿਆਰ ਖੜੇ ਹਨ। ਆਦੇ ਨਿਸ ਆਰਾਮ ਕੋ ਕਰੇ। ਤਾਂ ਅੱਧੇ ਜਿਹੜੇ ਨੇ ਉਹ ਪਹਿਰਾ ਦੇ ਰਹੇ ਨੇ, ਮੋਰਚੇ ਦੇ ਖੜੇ ਨੇ, ਤੇ ਅੱਧੇ ਸਿੱਖ ਜਿਹੜੇ ਨੇ ਉਹ ਆਰਾਮ ਕਰਦੇ ਹਨ। ਭਇਓ ਖੇਤ ਵਿਕਰਾਲ ਵਿਸਾਲਾ। ਤਾਂ ਜਿਹੜਾ ਜੰਗ ਦਾ ਮੈਦਾਨ ਹੈ ਉਹ ਉਸ ਸਮੇਂ ਬੜਾ ਭਿਆਨਕ ਲੱਗ ਰਿਹਾ ਹੈ। ਬਹੁਤ ਜ਼ਿਆਦਾ ਭੈ ਭੀਤ ਕਰ ਦੇਣ ਵਾਲਾ ਉੱਥੇ ਮਾਹੌਲ ਹੈ। ਕੂਕਤ ਮਿਲੇ ਬ੍ਰਿੰਦ ਸ਼ਿੰਗਰਾਲਾ। ਤਾਂ ਸ਼ਿੰਗਰਾਲ ਕਹਿੰਦੇ ਗਿੱਦੜ ਨੂੰ। ਉਸ ਵੇਲੇ ਕਹਿੰਦੇ ਜੰਗ ਦੇ ਮੈਦਾਨ ਵਿੱਚ ਗਿੱਦੜਾਂ ਦੇ ਕੂਕਣ ਦੀਆਂ ਬੜੀਆਂ ਭੈੜੀਆਂ ਆਵਾਜ਼ਾਂ ਆ ਰਹੀਆਂ ਨੇ, ਕਿਉਂਕਿ ਗਿੱਦੜ ਜਿਹੜਾ ਮੁਰਦਾ ਖੋਰ ਹੈ। ਤਾਂ ਉੱਥੇ ਜਿਹੜੇ ਜਵਾਨ ਜੰਗ ਦੇ ਮੈਦਾਨ ਵਿੱਚ ਪਏ ਨੇ, ਜਿਨ੍ਹਾਂ ਦੇ ਸਰੀਰ, ਉਹਨਾਂ ਦੀਆਂ ਲੋਥਾਂ ਨੂੰ ਖਾਣ ਲਈ ਗਿੱਦੜ ਆਏ ਤੇ ਕੂਕਦੇ ਹਨ ਖੁਸ਼ੀ ਦੇ ਵਿੱਚ। ਉਹਨਾਂ ਦੀਆਂ ਆਵਾਜ਼ਾਂ ਸੁਣਦੀਆਂ ਨੇ। ਬਹੁਤੇ ਸਵਾਨ ਪੁਕਾਰਤ ਫਿਰੈ। ਤੇ ਬਹੁਤ ਜ਼ਿਆਦਾ ਜਿਹੜੇ ਕੁੱਤੇ ਨੇ ਉਹ ਵੀ ਉੱਥੇ ਭੌਂਕ ਰਹੇ ਹਨ। ਸੂਰਨ ਆਮਿਖ ਭਖਿਆਨ ਕਰੈ। ਤਾਂ ਸੂਰਮਿਆਂ ਦਾ ਜਿਹੜਾ ਮਾਸ ਹੈ, ਉਹ ਜੰਗ ਦੇ ਮੈਦਾਨ ਵਿੱਚ ਜਿਹੜੇ ਮੁਰਦੇ ਸਰੀਰ ਪਏ ਨੇ ਸੂਰਮਿਆਂ ਦੇ, ਇਹ ਗਿੱਦੜ, ਇਹ ਕੁੱਤੇ ਉਹਨਾਂ ਦਾ ਆ ਕੇ ਮਾਸ ਖਾ ਰਹੇ ਹਨ। ਭੂਤਨ ਪ੍ਰੇਤਨ ਪਾਏ ਧਮਾਰ। ਤਾਂ ਇਸੇ ਤਰ੍ਹਾਂ ਭੂਤਾਂ ਪ੍ਰੇਤਾਂ ਜਿਹੜੀਆਂ ਨੇ, ਜਿੱਦਾਂ ਮਹਾਰਾਜ ਦੀ ਅਕਾਲੀ ਬਾਣੀ ਵਿੱਚ ਵੀ ਜ਼ਿਕਰ ਆਇਆ, ਤਾਂ ਜਿਨ੍ਹਾਂ ਨੂੰ ਆਪਾਂ ਕਲ ਜੋਗਣਾ ਕਹਿੰਦੇ ਆ, ਬਤਾਲ ਕਹਿੰਦੇ ਆ, ਇਹ ਸਾਰੇ ਉੱਥੇ ਕਹਿੰਦੇ ਧੂਮ ਮਚਾ ਰਹੇ ਨੇ। ਇਹ ਮਹਾਰਾਜ ਦਾ ਵੀ ਇੱਕ ਅਲੰਕਾਰ ਹੈ। ਕਵੀ ਜੀ ਨੇ ਵੀ ਇੱਕ ਅਲੰਕਾਰ ਦਿੱਤਾ ਹੈ ਇਹਨੂੰ, ਜੰਗ ਦੇ ਮੈਦਾਨ ਨੂੰ ਭਿਆਨਕ ਬਿਆਨ ਕਰਨ ਲਈ, ਇਹਨੂੰ ਭੀਤ ਭਰਿਆ ਮਾਹੌਲ ਬਿਆਨ ਕਰਨ ਲਈ ਇਹ ਕਵੀ ਜੀ ਨੇ ਅਲੰਕਾਰ ਦਿੱਤਾ ਹੈ। ਗਾਵਤ ਨਾਚਤ ਮੁੱਦਤ ਉਦਾਰ। ਤਾਂ ਖੁਸ਼ੀ ਦੇ ਵਿੱਚ ਮਾਨੋ ਜਿਵੇਂ ਭੂਤਾਂ ਪ੍ਰੇਤਾਂ ਉੱਥੇ ਚਾਅ ਦੇ ਨਾਲ ਨੱਚਦੀਆਂ ਹੋਣ। ਸਿਰ ਕੇ ਬਾਰ ਖਿਡਾਏ ਕਰਾਲੇ। ਤਾਂ ਇਸ ਤਰ੍ਹਾਂ ਸਿਰ ਦੇ ਜਿਹੜੇ ਵਾਲ ਨੇ ਨਾ, ਉਹ ਇਹਨਾਂ ਦੇ ਖਿਲਰੇ ਹੋਏ ਨੇ, ਆਪਣੇ ਵਾਲ ਖਿਲਾਰ ਕੇ ਫਿਰ ਰਹੀਆਂ ਹਨ ਲੋਥਾਂ ਦੇ ਵਿੱਚ। ਮਿਲੀ ਜੋਗਨੀ ਸ਼ਬਦ ਉਠਾਲੇ। ਕਲ ਜੋਗਣੀਆਂ ਬੜੀ ਉੱਚੀ ਉੱਚੀ ਮਾਨੋ ਸ਼ੋਰ ਕਰ ਰਹੀਆਂ ਹੋਣ। ਸੰਧਿਆ ਸਮੇਂ ਲਏ ਗਨ ਸਾਰੇ। ਜਦੋਂ ਸੰਧਿਆ ਦਾ ਸਮਾਂ ਹੋਇਆ, ਗਣ ਕਹਿੰਦੇ ਨੇ ਸ਼ਿਵ ਜੀ ਦੀ ਫੌਜ ਨੂੰ। ਇਹ ਜਿੰਨੇ ਵੀ ਕਲ ਜੋਗਣੀਆਂ, ਇਹ ਵੀਰ ਬੈਤਾਲ, ਇਹ ਸਾਰਾ ਕੁਝ ਸ਼ਿਵ ਜੀ ਦੀ ਫੌਜ ਮੰਨੀ ਗਈ ਹੈ। ਤਾਂ ਸੰਧਿਆ ਦੇ ਸਮੇਂ ਸਾਰਿਆਂ ਗਣਾਂ ਨੂੰ ਨਾਲ ਲੈ ਕੇ ਵਿਚਰਤ ਭੱਦਰ ਰੁਦਰ ਹੋਏ ਭਾਰੀ। ਤਾਂ ਜਿਹੜੇ ਰੁਦਰ ਭਾਵ ਮਾਨੋ ਸ਼ਿਵ ਜੀ ਆਪ ਜੰਗ ਦੇ ਮੈਦਾਨ ਦੇ ਵਿੱਚ ਆਪਣੀਆਂ ਗਣਾਂ ਦੇ ਸਮੇਤ ਫਿਰਦਾ ਹੋਵੇ। ਇੰਨਾ ਡਰਦਾ, ਇੰਨਾ ਭਿਆਨਕ ਉੱਥੋਂ ਦਾ ਮਾਹੌਲ ਹੈ। ਧੁਕ ਧੁਕ ਉੱਠੇ ਮਸਾਨ ਮਹਾਨੇ। ਤਾਂ ਜਿਹੜੇ ਮਸਾਨ ਕਹਿੰਦੇ ਨੇ ਇੱਕ ਮੁਰਦਾ ਖਾਣ ਵਾਲਿਆਂ ਨੂੰ, ਤਾਂ ਉਹ ਵੀ ਮਾਨੋ
ਵੀ ਮੜੀਆਂ ਦੇ ਵਿੱਚੋਂ ਨਿਕਲ ਕੇ ਆਉਂਦੇ ਹੋਣ। ਬੋਲਤ ਹੜ ਸੁਨੀਅਤ ਭੈ ਮਾਨੇ। ਤਾਂ ਜਦੋਂ ਬੋਲਦੇ ਨੇ ਨਾ ਹੜ ਹੜਾ ਕੇ, ਉੱਚੀ ਉੱਚੀ ਕੜਕ ਕੇ ਬੋਲਦੇ ਨੇ, ਸੁਣਨ ਵਾਲੇ ਦੇ ਮਨ ਵਿੱਚ ਭੈ ਆ ਜਾਂਦਾ। ਇਹਦਾ ਵੀ ਮਹਾਰਾਜ ਜੀ ਨੇ ਨਾ ਪ੍ਰਮਾਣ ਦਿੱਤਾ ਬਾਣੀ ਵਿੱਚ। ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਜੰਗ ਦਾ ਜ਼ਿਕਰ ਕਰਦੇ ਦੈਂਤਾਂ ਦਾ, ਤਾਂ ਮਹਾਰਾਜ ਕਹਿੰਦੇ ਇੰਨੀ ਭਿਆਨਕ ਆਵਾਜ਼ ਹੈ ਉਹਨਾਂ ਦੀ ਵੀ ਜੇ ਗਰਭਵਤੀ ਔਰਤ ਉਹਨਾਂ ਦੀ ਆਵਾਜ਼ ਸੁਣ ਲਏ ਤਾਂ ਡਰ ਦੇ ਨਾਲ ਉਹਦਾ ਗਰਭ ਗਿਰ ਜਾਂਦਾ। ਤਾਂ ਇੱਥੇ ਉਹ ਜਿਹੜੇ ਦੈਂਤ ਨੇ ਉਹ ਹੜ ਹੜਾ ਕੇ ਹੱਸਦੇ ਮਾਨੋ ਇਸ ਤਰ੍ਹਾਂ ਲੱਗਦਾ ਹੈ ਵੀ ਜਿਵੇਂ ਬਹੁਤਾ ਭੈ ਪੈਦਾ ਕਰਦੇ ਹੋਣ ਆਪਣੀ ਆਵਾਜ਼ ਦੇ ਨਾਲ। ਸ਼ਰੋਣਤ ਕੋ ਕਰਦਮ ਰਜ ਰਾਚਾ। ਤੇ ਇਸ ਤਰ੍ਹਾਂ ਲੱਗਦਾ ਵੇਖ ਕੇ ਮਾਹੌਲ, ਸਾਰੀ ਧਰਤੀ ਜਿਹੜੀ ਆ ਲਾਲ ਹੋਈ ਪਈ ਆ, ਤੇ ਮਿੱਟੀ ਜਿਹੜੀ ਆ ਉਹ ਭਿੱਜ ਚੁੱਕੀ ਆ ਸੂਰਮਿਆਂ ਦੇ ਖੂਨ ਦੇ ਨਾਲ। ਵੇਖਣ ਵਾਲੇ ਨੂੰ ਲੱਗਦਾ ਹੈ ਵੀ ਕਿਸੇ ਨੇ ਲਹੂ ਤੇ ਮਿੱਟੀ ਦਾ ਚਿੱਕੜ ਮਾਰਿਆ ਹੋਵੇ, ਗਾਰਾ ਬਣਾਇਆ ਹੋਵੇ। ਕਿਤ ਕਿਤ ਘਾਇਲ ਹਾਏ ਉਬਾਚਾ। ਤਾਂ ਕਿਤੇ ਕਿਤੇ ਜਿਹੜੇ ਜ਼ਖਮੀ ਸੂਰਮੇ ਪਏ ਨੇ, ਜਿਨ੍ਹਾਂ ਦੇ ਸਰੀਰ ਵਿੱਚੋਂ ਅਜੇ ਪ੍ਰਾਣ ਨਹੀਂ ਨਿਕਲੇ, ਜਿਨ੍ਹਾਂ ਦੇ ਸਰੀਰ ਦੇ ਅੰਗ ਵੱਡੇ ਟੁੱਕੇ ਗਏ ਨੇ, ਉਹ ਵੀ ਮੈਦਾਨ ਦੇ ਵਿੱਚ ਲੇਟੇ ਹੋਏ ਪਏ ਹੋਏ ਹਾਏ ਹਾਏ ਪੁਕਾਰਦੇ ਹਨ। ਮਰੇ ਤੁਰੰਗਮ ਧਰਨੀ ਪਰੇ। ਤਾਂ ਕਈ ਘੋੜੇ ਜਿਹੜੇ ਨੇ ਉਹ ਵੀ ਜੰਗ ਦੇ ਮੈਦਾਨ ਵਿੱਚ ਮਰੇ ਹੋਏ, ਉਹ ਵੀ ਇੱਕ ਤਰ੍ਹਾਂ ਦੇ ਸ਼ਹੀਦ ਨੇ। ਘੋੜਿਆਂ ਨੇ ਵੀ ਵੇਖੋ ਕਿੱਡਾ ਵੱਡਾ ਜੰਗਾਂ ਦੇ ਵਿੱਚ ਯੋਗਦਾਨ ਦਿੱਤਾ। ਤਾਂ ਉਹ ਘੋੜੇ ਵੀ ਜੰਗ ਦੇ ਮੈਦਾਨ ਦੇ ਵਿੱਚ ਆਪਣੇ ਪ੍ਰਾਣ ਤਿਆਗ ਕੇ ਪਏ ਹੋਏ ਹਨ। ਪਲ ਪੱਖੀ ਪਲ ਭਖਨ ਕਰੇ। ਤਾਂ ਜਿਹੜੇ ਮਾਂਸਾਹਾਰੀ ਜੀਵ ਨੇ, ਗਿੱਦੜ, ਕੁੱਤੇ, ਜਿਨ੍ਹਾਂ ਦਾ ਕੰਮ ਭਖਣਾ ਭਾਵ ਖਾਣਾ, ਪਲ ਕਹਿੰਦੇ ਮਾਸ ਨੂੰ, ਤਾਂ ਮਾਂਸਾਹਾਰੀ ਨੇ ਜਿਨ੍ਹਾਂ ਨੇ ਮਾਸ ਖਾਣਾ, ਉਹ ਜੰਗ ਦੇ ਮੈਦਾਨ ਵਿੱਚ ਸੂਰਮਿਆਂ ਦੇ ਮਾਸ ਦੀਆਂ ਬੋਟੀਆਂ ਖਾ ਰਹੇ ਹਨ। ਜੁਦੇ ਮੁੰਡ ਕਹੂੰ ਰੁੰਡ ਕਰਾਲੇ। ਤਾਂ ਕਿਤੇ ਕਹਿੰਦੇ ਵੀ ਧੜ ਵੱਖਰਾ ਹੋਇਆ ਪਿਆ ਸੀਸ ਨਾਲੋਂ, ਕਿਸੇ ਦਾ ਸੀਸ ਧੜ ਦੇ ਨਾਲੋਂ ਵੱਖਰਾ ਪਿਆ ਹੋਇਆ ਹੈ। ਖੜਗ ਸਮੇਤ ਹਾਥ ਕੱਢ ਡਾਲੇ। ਤੇ ਕਈ ਥਾਂ ਵੇਖੋ ਇਹੋ ਜਿਹਾ ਖੌਫਨਾਕ ਉਹ ਮਾਹੌਲ ਬਣਿਆ ਹੋਇਆ ਵੀ ਕੋਈ ਸੂਰਮਾ ਵਾਰ ਕਰਨ ਲੱਗਾ ਤਲਵਾਰ ਦਾ ਤੇ ਦੂਜੇ ਨੇ ਉਹਦਾ ਹੱਥ ਵੱਢ ਦਿੱਤਾ। ਉਸੇ ਤਰ੍ਹਾਂ ਉਹਦੇ ਹੱਥ ਦੇ ਵਿੱਚ ਉਹ ਤਲਵਾਰ ਹੈ ਤੇ ਹੱਥ ਧਰਤੀ ਤੇ ਵੱਖਰਾ ਪਿਆ ਹੋਇਆ। ਹੱਥ ਵੱਢੇ ਗਏ ਨੇ ਪਰ ਉਹਨਾਂ ਦੀ ਪਕੜ ਜਿਹੜੀ ਆ ਉਹ ਤਲਵਾਰ ਦੇ ਮੁੱਠੇ ਤੋਂ ਢਿੱਲੀ ਨਹੀਂ ਹੋਈ। ਤਾਂ ਤਲਵਾਰਾਂ ਦੇ ਸਮੇਤ ਸੂਰਮਿਆਂ ਦੀਆਂ ਬਾਹਾਂ ਜਿਹੜੀਆਂ ਨੇ ਉੱਥੇ ਵੱਡੀਆਂ ਹੋਈਆਂ ਪਈਆਂ ਹਨ। ਕਹੂੰ ਚਰਨ ਕਹੂੰ ਜੰਗ ਕਟੇ ਹੈ। ਕਿਸੇ ਦੇ ਪੈਰ ਵੱਡੇ ਪਏ ਨੇ, ਕਿਸੇ ਦੀਆਂ ਲੱਤਾਂ ਹੀ ਸਾਰੀਆਂ ਵੱਡੀਆਂ ਹੋਈਆਂ ਹਨ। ਕਿਤ ਕਟਾਰ ਸਨ ਪੇਟ ਫਟੇ ਹੈ। ਜਾਂ ਕਈਆਂ ਦਾ ਕਟਾਰਾਂ ਦੇ ਨਾਲ, ਕਟਾਰਾਂ ਦੇ ਵਾਰ ਹੋਣ ਕਰਕੇ ਢਿੱਡ ਫੜੇ ਪਏ ਨੇ, ਢਿੱਡ ਸਾਰਾ ਪਾਟ ਗਿਆ, ਢਿੱਡ ਦੀਆਂ ਅੰਤੜੀਆਂ ਖਿਲਰੀਆਂ ਪਈਆਂ ਉੱਥੇ ਜੰਗ ਦੇ ਮੈਦਾਨ ਵਿੱਚ। ਘੋਰ ਦਰਸ਼ਨ ਧਰਨੀ ਹੋਏ। ਤਾਂ ਇਸ ਤਰ੍ਹਾਂ ਜਿਹੜੀ ਧਰਤੀ ਆ ਉਸ ਸਮੇਂ ਬਹੁਤ ਜ਼ਿਆਦਾ ਵੇਖਣ ਨੂੰ ਐਸੀ ਲੱਗ ਰਹੀ ਆ ਭਿਆਨਕ ਰੂਪ ਦੇ ਵਿੱਚ। ਦੇਖੀ ਜਾਏ ਨਾ ਕਾਇਰ ਜੋਏ। ਤਾਂ ਜਿਹੜਾ ਕਹਿੰਦੇ ਕੋਈ ਕਾਇਰ ਬੰਦਾ ਹੈ ਨਾ, ਕੋਈ ਬੁੱਝਦੇ ਲੈ, ਸਿੱਧੇ ਲਫ਼ਜ਼ਾਂ ਵਿੱਚ ਆਖਾਂ ਵੀ ਹੌਲੇ ਦਿਲ ਦਾ ਕੋਈ ਬੰਦਾ ਹੈ, ਉਹ ਉਸ ਸਮੇਂ ਧਰਤੀ ਵੱਲ ਵੇਖ ਨਹੀਂ ਸਕਦਾ, ਇਹੋ ਜਿਹੀ ਲੱਗਦੀ ਹੈ। ਹੁਣ ਅੰਦਾਜ਼ਾ ਲਾ ਲਓ ਵੀ ਕਈ ਇੱਦਾਂ ਦੇ ਵੀ ਬੰਦੇ ਹੁੰਦੇ ਨੇ ਜਿਨ੍ਹਾਂ ਨੂੰ ਥੋੜ੍ਹਾ ਜਿਹਾ ਖੂਨ ਦਿਸ ਪਵੇ ਡੁੱਲਿਆ ਤੇ ਉਹਨਾਂ ਨੂੰ ਚੱਕਰ ਆ ਜਾਂਦੇ ਨੇ। ਤੇ ਉੱਥੇ ਜੰਗ ਦੇ ਮੈਦਾਨ ਵਿੱਚ ਇਕੱਲਾ ਖੂਨ ਨਹੀਂ, ਕਿਸੇ ਦੀ ਲੱਤ ਵੱਢੀ ਪਈ, ਕਿਸੇ ਦਾ ਪੈਰ, ਕਿਸੇ ਦਾ ਸਿਰ ਹੀ ਧੜ ਨਾਲੋਂ ਵੱਖਰਾ ਪਿਆ, ਕਿਸੇ ਦੀ ਬਾਂਹ ਵੱਖਰੀ ਪਈ ਆ, ਕਿਸੇ ਦੀਆਂ ਅੰਦਰ ਦੀਆਂ ਆਂਤੜੀਆਂ ਖਿਲਰੀਆਂ ਪਈਆਂ ਨੇ। ਅੱਖਾਂ ਦੇ ਅੱਗੇ ਕਿਤੇ ਉਹ ਸੀਨ ਲਿਆ ਕੇ ਵੇਖੋ, ਦਿਲ ਨੂੰ ਹੌਲ ਪੈ ਜਾਂਦਾ ਆਪਣੇ ਵਰਗਿਆਂ ਦੇ। ਤਾਂ ਜਿਹੜਾ ਕਹਿੰਦੇ ਹੌਲੇ ਦਿਲ ਦਾ ਬੰਦਾ ਹੈ ਉਹ ਧਰਤੀ ਵੱਲ ਵੇਖ ਹੀ ਨਹੀਂ ਸਕਦਾ। ਹੁਣ ਜੰਗ ਲੜਨਾ ਤਾਂ ਸੂਰਮਿਆਂ ਦਾ ਕੰਮ ਹੈ, ਪਰ ਜਿਹੜਾ ਕੋਈ ਬੁੱਝਦੇ ਲੈਣਾ, ਜਿਹੜਾ ਕੋਈ ਕਾਇਰ ਹੈ, ਉਹਦਾ ਸਾਧ ਸੰਗਤ ਜੀ ਜੰਗ ਦੇ ਮੈਦਾਨ ਦੀ ਦਰਸ਼ਨ ਕਰਨੇ ਦੂਰ ਦੀ ਗੱਲ ਵੀ ਨਹੀਂ ਕਰ ਸਕਦਾ। ਗੱਲ ਕੀਤਿਆਂ ਉਹਦਾ ਦਿਲ ਕੰਬਣ ਲੱਗ ਜਾਏਗਾ। ਇਹ ਮਹਾਰਾਜ ਨੇ ਖਾਲਸਾ ਸਾਜਿਆ ਨਾ ਜਦੋਂ,
ਤਾਂ ਐਦਾਂ ਦਾ ਖਾਲਸੇ ਵਿੱਚ ਇੱਕ ਜਜ਼ਬਾ ਪੈਦਾ ਕੀਤਾ। ਅੱਜ ਬੜਿਆਂ ਸਾਡੇ ਭਰਾਵਾਂ ਦੇ ਸਵਾਲ ਹੁੰਦੇ ਵੀ ਸ਼ਿਕਾਰ ਕਿਉਂ ਖੇਡਿਆ ਜਾਂਦਾ ਸੀ। ਹੁਣ ਜਿਹਨੇ ਕਦੀ ਖੂਨ ਨਹੀਂ ਵੇਖਿਆ ਉਹਨੂੰ ਆਖੀਏ ਵੀ ਜਾ ਕੇ ਵੈਰੀ ਦਾ ਸਿਰ ਲਾ ਦੇ ਤੇ ਕਿੱਦਾਂ ਲਾ ਦੂਗਾ ਉਹ। ਜਿਹੜਾ ਖੂਨ ਦੀ ਬੂੰਦ ਵੇਖ ਕੇ ਆਪਣਾ ਖਾਧਾ ਪੀਤਾ ਜਿਹਦਾ ਬਾਹਰ ਆ ਜਾਂਦਾ ਉਹ ਕਿਸੇ ਦਾ ਸਿਰ ਕਿੱਦਾਂ ਲਾ ਦੂਗਾ। ਤਾਂ ਸ਼ਿਕਾਰ ਜਿਹੜਾ ਇੱਕ ਜੰਗ ਦਾ ਅਭਿਆਸ ਹੈ। ਜੇ ਤੁਸੀਂ ਸ਼ਿਕਾਰ ਕਰ ਸਕਦੇ ਹੋ ਤਾਂ ਇਹ ਗੱਲ ਮੰਨੀ ਜਾ ਸਕਦੀ ਹੈ ਵੀ ਤੁਸੀਂ ਜੰਗ ਵੀ ਲੜ ਸਕਦੇ ਹੋ। ਤਾਂ ਮਹਾਰਾਜ ਨੇ ਪਹਿਲਾਂ ਸਿੱਖਾਂ ਦੇ ਮਨ ਇੰਨੇ ਮਜ਼ਬੂਤ ਕੀਤੇ। ਇਹ ਸਤਿਗੁਰਾਂ ਦੀ ਕਿਰਪਾ ਵੀ ਕਹਿ ਲਈਏ, ਇਹ ਤਾਂ ਇੱਕ ਬਾਹਰੀ ਮਹਾਰਾਜ ਦਾ ਸਾਨੂੰ ਵਿਖਾਉਣ ਲਈ ਹੈ। ਜਿਹੜੀ ਉਹਨਾਂ ਨੇ ਅੰਦਰੂਨੀ ਕਿਰਪਾ ਕੀਤੀ ਉਹ ਤਾਂ ਬੇਅੰਤ ਹੈ, ਕਿਉਂਕਿ ਕੋਈ ਵੀ ਅਭਿਆਸ ਦੁਨੀਆ ਦੇ ਇੱਦਾਂ ਦਾ ਨਹੀਂ ਵੀ ਕਿਸੇ ਦਾ ਬੰਦ ਕੱਟਿਆ ਜਾਵੇ ਤੇ ਉਹ ਵਾਹਿਗੁਰੂ ਵਾਹਿਗੁਰੂ ਆਖੇ। ਕੋਈ ਅਭਿਆਸ ਦੁਨੀਆ ਤੇ ਇੱਦਾਂ ਦਾ ਹੋ ਨਹੀਂ ਸਕਦਾ ਵੀ ਸੀਸ ਧੜ ਨਾਲੋਂ ਜੁਦਾ ਹੋ ਜੇ ਤੇ ਫਿਰ ਵੀ ਬਾਬਾ ਦੀਪ ਸਿੰਘ ਖੰਡਾ ਵਾਹੁੰਦਾ ਪਿਆ। ਤਾਂ ਇੱਕ ਸਾਨੂੰ ਵਿਖਾਵੇ ਲਈ ਮਹਾਰਾਜ ਨੇ ਅਭਿਆਸ ਵੀ ਕਰਾਇਆ ਸਿੱਖਾਂ ਨੂੰ, ਤਾਂ ਕਿ ਇਹਨਾਂ ਦਾ ਮਨ ਮਜ਼ਬੂਤ ਹੋ ਜੇ। ਅੱਜ ਨਾ ਸਾਡੀ ਕੌਮ ਨੂੰ ਉਸ ਪਾਸੇ ਲੈ ਕੇ ਜਾਇਆ ਜਾ ਰਿਹਾ ਜਿੱਧਰ ਕਦੇ ਬੁੱਧ ਧਰਮ ਗਿਆ ਸੀ। ਅੱਜ ਸਾਡੇ ਲੋਕ ਇਹ ਚਾਹੁੰਦੇ ਨੇ ਵੀ ਸਾਡੀ ਹਾਲਤ ਬੋਧੀਆਂ ਵਰਗੀ ਹੋ ਜੇ। ਚਲੋ ਜਿਹੜੇ ਸਾਡੇ ਵਿਰੋਧੀ ਨੇ ਉਹ ਤਾਂ ਕਹਿੰਦੇ ਵੀ ਸਿੱਖਾਂ ਦੀਆਂ ਤਲਵਾਰਾਂ ਖੋਲੋ, ਪਰ ਬੜੀ ਸ਼ਰਮ ਦੀ ਗੱਲ ਹੈ ਵੀ ਸਾਡੇ ਸਿੱਖ ਵੀ ਬੜੇ ਬਿਆਨ ਦੇ ਰਹੇ ਨੇ ਵੀ ਸ਼੍ਰੀ ਸਾਹਿਬ ਜਿਹੜੀ ਆ ਇਹ ਨਹੀਂ ਰੱਖਣੀ ਚਾਹੀਦੀ। ਸਰਕਾਰ ਨੂੰ ਕਹਿ ਰਹੇ ਵੀ ਇਹ 'ਤੇ ਪਾਬੰਦੀ ਲਾ ਦਿਓ। ਇਹ ਚਾਹੁੰਦੇ ਨੇ ਵੀ ਜਿੱਦਾਂ ਬੁੱਧ ਧਰਮ ਖਤਮ ਹੋ ਗਿਆ ਨਾ, ਉਦਾਂ ਦਾ ਹਾਲ ਸਿੱਖਾਂ ਦਾ ਹੋ ਜਾਵੇ। ਤਰਕਾਂ ਕੁਤਰਕਾਂ ਦੇ ਨਾਲ ਸਿੱਖੀ ਨਹੀਂ ਬਚੀ ਅੱਜ ਤੱਕ। ਸਿੱਖੀ ਉਹਨਾਂ ਸੂਰਮਿਆਂ ਦੇ ਸਿਰ ਤੇ ਬਚੀ ਹੈ ਜਿਨ੍ਹਾਂ ਨੇ ਆਪਣੇ ਸਿਰਾਂ ਦਾ ਬਲੀਦਾਨ ਦਿੱਤਾ। ਦੱਸੋ ਵੀ ਕਿਹੜੀ ਤਰਕ ਕੁਤਰਕ ਦੇ ਨਾਲ ਸਾਡੇ ਸ਼ਹੀਦਾਂ ਨੇ ਇਹ ਜੰਗ ਜਿੱਤੇ, ਸਾਡੇ ਗੁਰਧਾਮਾਂ ਦੀ ਰਾਖੀ ਕੀਤੀ। ਤੇ ਤਰਕ ਕੁਤਰਕ ਵੀ ਉਹ ਕਰਦੇ ਨੇ, ਉਹਨਾਂ ਗੱਲਾਂ ਦਾ ਕਰਦੇ ਨੇ ਜਿਹੜੀਆਂ ਆਪ ਨਹੀਂ ਛੱਡੀਆਂ ਗਈਆਂ। ਅੱਜ ਗੁਰੂ ਦੇ ਲੰਗਰਾਂ ਤੇ ਕਿੰਤੂ ਪਰੰਤੂ ਹੁੰਦਾ, ਗੁਰੂ ਦੀ ਗੋਲਕ ਤੇ ਜਿਹੜੇ ਕਰਦੇ ਨੇ ਉਹਨਾਂ ਨੇ ਆਪ ਕਿਹੜਾ ਨਹੀਂ ਰੱਖੀਆਂ। ਜਿੱਦਾਂ ਜਿਹੜਾ ਸਿਆਣੇ ਬਜ਼ੁਰਗ ਇੱਕ ਕਹਾਵਤ ਸੁਣਾਇਆ ਕਰਦੇ ਸੀ ਸਮਝਾਉਣ ਲਈ। ਕਿਸੇ ਬੰਦੇ ਨੇ ਆਪਣੇ ਗਵਾਂਢੀ ਨੂੰ ਆਖਿਆ, ਕਹਿੰਦਾ ਤੇਰੀ ਮਾਂ ਰਾਤ ਮੜੀਆਂ 'ਚ ਕੀ ਕਰਦੀ ਸੀ? ਹੁਣ ਉਹ ਵੀ ਕਿਸੇ ਪਖੰਡ ਦੇ ਚੱਕਰ ਵਿੱਚ ਚਲੀ ਗਈ ਹੋਣੀ ਵਿਚਾਰੀ। ਉਹ ਕਹਿੰਦਾ ਤੈਨੂੰ ਕਿਵੇਂ ਪਤਾ, ਤੈਨੂੰ ਕਿਹਨੇ ਦੱਸਿਆ? ਕਹਿੰਦਾ ਮੈਨੂੰ ਮੇਰੀ ਮਾਂ ਨੇ ਦੱਸਿਆ, ਜਦੋਂ ਤੇਰੀ ਮਾਂ ਗਈ ਸੀ ਮੇਰੀ ਮਾਂ ਵੀ ਉੱਥੇ ਸੀ। ਤਾਂ ਦੋਵੇਂ ਇੱਕੋ ਜਿਹੇ ਹੋ ਗਏ। ਫਿਰ ਕਹਿਣ ਦਾ ਹੱਕ ਕਿਹਨੂੰ ਹੋਇਆ? ਦੂਜੇ ਤੇ ਸਵਾਲ ਤਾਂ ਉਹ ਕਰੇ ਨਾ ਜਿਹੜਾ ਖੁਦ ਇਹ ਗੱਲ ਨੂੰ ਤਿਆਗ ਚੁੱਕਾ। ਤੇ ਆਪ ਆਪਾਂ ਲੋਕਾਂ ਦੇ ਤਰਲੇ ਲੈਣ ਦੇ ਆ ਤੇ ਪੁਜਾਰੀ ਆਪਾਂ ਕਿਸੇ ਨੂੰ ਕਹੀ ਜਾਂਦੇ ਆ। ਇੱਦਾਂ ਦੇ ਜਿਹੜੇ ਤਰਕਾਂ ਕੁਤਰਕਾਂ ਵਾਲੇ ਨੇ ਨਾ, ਉਹ ਸੋਚਦੇ ਨੇ ਵੀ ਸਿੱਖੀ ਸ਼ਾਇਦ ਅੱਜ ਸਾਡੇ ਕਰਕੇ ਬਚੀ ਹੋਈ ਆ। ਪਰ ਇਹਨਾਂ ਨੂੰ ਪੁੱਛਦਾ ਵੀ ਇੰਨੇ 100 ਸਾਲ ਪਹਿਲਾਂ ਦੀ ਜਿਹੜੀ ਸਿੱਖੀ ਹੈ, ਐਡੇ ਵੱਡੇ ਵੱਡੇ ਖਤਰਿਆਂ ਵਿੱਚੋਂ, ਐਡੇ ਵੱਡੇ ਵੱਡੇ ਦੁਸ਼ਮਣਾਂ ਦੇ ਕੋਲੋਂ ਲੰਘ ਕੇ ਆਈ ਹੈ, ਕਿ ਉਦੋਂ ਵੀ ਤੁਹਾਡੀਆਂ ਇਹਨਾਂ ਤਰਕਾਂ ਕੁਤਰਕਾਂ ਨੇ ਸਿੱਖੀ ਨੂੰ ਬਚਾਇਆ ਸੀ। ਤਾਂ ਜਿਹੜੇ ਤਾਂ ਗੁਰਸਿੱਖ ਨੇ ਉਹ ਇਹੋ ਜਿਹਾ ਨੂੰ ਮੂੰਹ ਨਹੀਂ ਲਾਉਂਦੇ, ਪਰ ਕੁਝ ਅੰਧ ਭਗਤ ਹੁੰਦੇ ਨੇ ਜਿਨ੍ਹਾਂ ਨੂੰ ਵੇਖ ਕੇ ਵੀ ਕੋਈ ਸਮਝ ਨਹੀਂ ਲੱਗਦੀ। ਤਾਂ ਉਹਨਾਂ ਨੂੰ ਤਾਂ ਆਪਾਂ ਇਹੀ ਕਹਿ ਸਕਦੇ ਹਾਂ ਵੀ ਸਤਿਗੁਰੂ ਜੀ ਕਿਰਪਾ ਕਰਨ, ਸਮੱਤ ਬਖਸ਼ਣ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਜੰਗ ਹੈ ਨਾ, ਉਹ ਜੰਗ ਦਾ ਜਿਹੜਾ ਅਨੰਦਪੁਰ ਸਾਹਿਬ ਦਾ ਮੈਦਾਨ ਹੈ, ਉਹਦੇ ਵੱਲ ਕਹਿੰਦੇ ਤੱਕ ਨਹੀਂ ਸਕਦਾ ਕਮਜ਼ੋਰ ਦਿਲ ਵਾਲਾ ਕੋਈ। ਸਿੰਘ ਮੋਰਚੇ ਥਿਰੇ ਸੋ ਜਿੱਤੇ। ਤਾਂ ਜਿਹੜੇ ਸਿੰਘ ਨੇ ਨਾ, ਉਹਨਾਂ ਨੇ ਮੋਰਚਾ ਜਿੱਤਿਆ ਹੋਇਆ। ਉਹ ਆਪਣੇ ਮੋਰਚੇ ਦੇ ਅੜੇ ਹੋਏ ਹਨ। ਵਾਹਿਗੁਰੂ ਜੀ ਕੀ ਕਹਿ ਫਤਿਹ। ਤੇ ਮੋਰਚਿਆਂ ਦੇ ਵਿੱਚ ਖਲੋ ਗਏ ਨਹੀਂ ਕਹਿੰਦੇ ਵੀ ਅਸੀਂ ਜਿੱਤ ਗਏ, ਸਾਡੀ ਜਿੱਤ ਹੋ ਗਈ। ਸਿੱਖ ਕੀ ਕਹਿੰਦੇ ਨੇ? ਵਾਹਿਗੁਰੂ ਦੀ ਫਤਿਹ ਆ।
ਇਹ ਵਾਹਿਗੁਰੂ ਦੀ ਜਿੱਤ ਹੈ, ਕਿਉਂਕਿ ਸਿੱਖ ਅਕਾਲ ਪੁਰਖ ਦੀ ਫੌਜ ਹੈ ਤੇ ਫਿਰ ਜਿੱਤ ਵੀ ਅਕਾਲ ਪੁਰਖ ਦੀ ਹੈ। ਕਿਉਂਕਿ ਫੌਜ ਦੀ ਨਹੀਂ ਜਿੱਤ ਹੁੰਦੀ, ਜਿੱਤ ਉਹਦੀ ਹੁੰਦੀ ਆ ਜਿਹੜਾ ਫੌਜਾਂ ਦਾ ਮਾਲਕ ਹੁੰਦਾ, ਤੇ ਇਹਨਾਂ ਫੌਜਾਂ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਹੈ। ਇਸ ਕਰਕੇ ਗੁਰਸਿੱਖ ਪਿਆਰੇ ਵਾਹਿਗੁਰੂ ਦੀ ਫਤਿਹ ਕਹਿੰਦੇ ਹਨ। ਗਰਜ ਗਰਜ ਕਰ ਦੂਰ ਸੁਣਾਵੈ, ਗੱਜ ਗੱਜ ਕੇ ਬਹੁਤ ਉੱਚੀ ਉੱਚੀ ਜਕਾਰੇ ਲਾ ਕੇ ਗੁਰੂ ਕੇ ਸਿੱਖ ਦੂਰ ਦੂਰ ਤੱਕ ਸੁਣਾਉਂਦੇ ਨੇ। ਜਿਹੜਾ ਜਕਾਰਾ ਹੈ ਨਾ, ਇਹ ਵੀ ਵੈਰੀਆਂ ਨੂੰ ਭੈ ਭੀਤ ਕਰ ਦਿੰਦਾ। ਜਕਾਰਾ ਲਾਉਣ ਵਾਲੇ ਵਿੱਚ ਦਮ ਹੋਵੇ, ਜਜ਼ਬਾ ਹੋਵੇ। ਵੱਡੇ ਵੱਡੇ ਦੁਸ਼ਮਣ ਡਰ ਜਾਂਦੇ ਨੇ, ਅੱਜ ਵੀ ਡਰਦੇ ਨੇ। ਸਿੱਖਾਂ ਦੇ ਤਾਂ ਬਰਤਨ ਵੇਖ ਕੇ ਡਰ ਜਾਂਦੇ ਰਹੇ ਨੇ ਉਹ। ਤਾਂ ਇਸ ਤਰ੍ਹਾਂ ਇੱਕ ਵਿਧੀ ਹੁੰਦੀ ਹੈ ਵੀ ਜੰਗ ਦੀ। ਮਹਾਰਾਜ ਨੇ ਮੁਕਤਸਰ ਸਾਹਿਬ ਝਾੜੀਆਂ ਤੇ ਬਸਤਰ ਪਵਾ ਦਿੱਤੇ ਸੀ, ਕੱਪੜੇ ਵੀ ਵੇਖਣ ਵਾਲੇ ਨੂੰ ਲੱਗੇ ਫੌਜ ਬੜੀ ਹੈ। ਤਾਂ ਨੀਤੀਆਂ ਹੁੰਦੀਆਂ ਨੇ, ਜਿੱਦਾਂ ਆਮ ਲੋਕ ਜਿਹੜੇ ਨੇ ਉਹ ਲਲਕਾਰੇ ਮਾਰਦੇ ਲੜਾਈਆਂ ਵਿੱਚ, ਤਾਂ ਕਿ ਜਿਹੜੇ ਵਿਰੋਧੀ ਨੇ ਉਹਨਾਂ ਦੇ ਭੈ ਹੋ ਸਕੇ। ਪਰ ਗੁਰੂ ਕਾ ਖਾਲਸਾ ਜਕਾਰੇ ਛੱਡਦਾ। ਤਾਂ ਇਹ ਜਿਹੜੇ ਗੁਰੂ ਕੇ ਸਿੱਖ ਨੇ ਉੱਚੀ ਉੱਚੀ ਜਕਾਰੇ ਗਜਾ ਕੇ ਇਹ ਵੈਰੀਆਂ ਨੂੰ ਡਰਾ ਰਹੇ ਹਨ। ਵਿਜੈ ਆਪਣੀ ਸਭਨ ਸੁਣਾਵੈ, ਤਾਂ ਇਸ ਤਰ੍ਹਾਂ ਇਹ ਜਿਹੜੀ ਗੁਰੂ ਕੇ ਪੰਥ ਦੀ ਜਿੱਤ ਹੋਈ ਹੈ, ਅਕਾਲ ਪੁਰਖ ਦੀ ਫੌਜਾਂ ਦੀ ਜਿੱਤ ਹੋਈ ਹੈ, ਇਹ ਉੱਚੀ ਉੱਚੀ ਜਕਾਰਿਆਂ ਦੀ ਗੂੰਜ ਵਿੱਚ ਸਾਰੇ ਸੰਸਾਰ ਨੂੰ ਮਾਨੋ ਸੁਣਾ ਰਹੇ ਹੁਣ ਵੀ ਅੱਜ ਖਾਲਸੇ ਨੇ ਫਿਰ ਮੈਦਾਨ ਜਿੱਤ ਲਿਆ ਹੈ। ਇਸ ਤਰ੍ਹਾਂ ਖੁਸ਼ੀ ਦੇ ਵਿੱਚ ਜਕਾਰੇ ਲਾ ਰਹੇ ਹਨ। ਇਸ ਵਿਦ ਬਿਧੀ ਖਾਲਸੇ ਮਾਹੀ, ਇਸ ਤਰ੍ਹਾਂ ਖਾਲਸੇ ਦੇ ਵਿੱਚ ਇਹ ਸਾਰੀ ਗੱਲਬਾਤ ਹੋਈ। ਉਹ ਜਿਹੜਾ ਜੰਗ ਦੇ ਮੈਦਾਨ ਤੋਂ ਬਾਅਦ ਜਿਹੜੀ ਰਾਤ ਹੈ, ਉਹ ਇਸ ਤਰ੍ਹਾਂ ਖਾਲਸੇ ਦੀ ਬਤੀਤ ਹੋਈ ਹੈ। ਮਰੈ ਸੋ ਮਰੇ ਸ਼ੋਕ ਕਛ ਨਾਹੀ, ਤਾਂ ਜਿਹੜੇ ਸ਼ਹੀਦ ਹੋ ਗਏ ਨਾ, ਉਹ ਸ਼ਹੀਦ ਹੋ ਗਏ, ਪਰ ਕਿਸੇ ਨੇ ਬਹੁਤਾ ਸੋਗ ਨਹੀਂ ਕੀਤਾ। ਕਿਉਂਕਿ ਜਿਹੜਾ ਜੰਗ ਦੇ ਮੈਦਾਨ ਵਿੱਚ ਜਾਂਦਾ ਹੈ ਨਾ, ਜੰਗ ਵਿੱਚ ਜਾ ਹੀ ਉਹ ਸਕਦਾ ਜਿਹੜਾ ਆਪਣੇ ਆਪ ਨੂੰ ਮਰਿਆ ਹੀ ਸਮਝੇ ਵੀ ਮੈਂ ਚੱਲਿਆ, ਬਸ ਮੈਂ ਜਾ ਕੇ ਸ਼ਹਾਦਤ ਪਾ ਲੈਣੀ ਹੈ। ਤੇ ਜਿਹੜੇ ਸੂਰਮੇ ਹੁੰਦੇ ਨੇ, ਉਹ ਸੂਰਮਿਆਂ ਦੀ ਸ਼ਹੀਦੀ ਤੇ ਸੋਗ ਨਹੀਂ ਕਰਦੇ ਹੁੰਦੇ। ਸੂਰਮਿਆਂ ਦੀ ਸ਼ਹੀਦੀ ਤੇ ਜਕਾਰੇ ਲਾਏ ਜਾਂਦੇ ਨੇ। ਇਸ ਤਰ੍ਹਾਂ ਸੂਰਮਿਆਂ ਦੀ ਸ਼ਹਾਦਤ ਹੁੰਦੀ ਹੈ। ਸਾਡਾ ਸਿੱਖ ਇਤਿਹਾਸ ਭਰਿਆ ਇਹਦੇ ਨਾਲ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕੋਈ ਸੋਗ ਥੋੜ੍ਹਾ ਕੀਤਾ ਸੀ ਆਪਣੇ ਬੱਚਿਆਂ ਦਾ, ਮਹਾਰਾਜ ਨੇ ਜਕਾਰੇ ਗਜਾਏ ਸੀ। ਤਾਂ ਇਹ ਸੂਰਮੇ ਦਾ ਸਤਿਕਾਰ ਹੁੰਦਾ ਹੈ। ਸੂਰਮੇ ਦਾ ਸੋਗ ਕਰਨਾ, ਸੂਰਮੇ ਦੀ ਸ਼ਹਾਦਤ ਤੇ ਰੋਣਾ, ਵੈਣ ਪਾਉਣੇ, ਇਹ ਤਾਂ ਉਹਦੀ ਸ਼ਹਾਦਤ ਦਾ ਅਪਮਾਨ ਹੈ, ਨਿਰਾਦਰ ਹੈ। ਤਾਂ ਜਿਹੜੇ ਸਿੱਖ ਨੇ ਕੋਈ ਬਹੁਤਾ ਸੋਗ ਨਹੀਂ ਕਰਦੇ ਸ਼ਹੀਦਾਂ ਦੀ ਸ਼ਹਾਦਤ ਤੇ। ਹੋਤ ਭੋਰ ਧਾਰੇ ਉਤਸਾਹਾ, ਉਹ ਤਾਂ ਸਗੋਂ ਹੋਰ ਉਤਸ਼ਾਹ ਧਰਦੇ ਨੇ ਵੀ ਸਾਡਾ ਭਰਾ, ਸਾਡਾ ਸਾਥੀ ਸ਼ਹਾਦਤ ਪ੍ਰਾਪਤ ਕਰ ਗਿਆ, ਅਸੀਂ ਰਹਿ ਗਏ। ਉਹਨੂੰ ਪਰਮੇਸ਼ਰ ਦੇ ਚਰਨਾਂ ਵਿੱਚ ਨਿਵਾਸ ਮਿਲ ਗਿਆ, ਉਹਨੇ ਸ਼ਹੀਦ ਦਾ ਰੁਤਬਾ ਪ੍ਰਾਪਤ ਕਰ ਲਿਆ, ਅਸੀਂ ਵੀ ਕਰਨਾ ਹੈ। ਇਸ ਤਰ੍ਹਾਂ ਵਿਚਾਰ ਕਰਕੇ ਹੋਰ ਮਨ ਦੇ ਵਿੱਚ ਉਤਸ਼ਾਹ ਕਰਦੇ ਹਨ। ਹਤਹਿ ਰੁਪਨ ਕੋ ਸੰਗਰ ਮਹਾ, ਤਾਂ ਇਸ ਤਰ੍ਹਾਂ ਵੱਧ ਵੱਧ ਕੇ ਬੜੇ ਚਾਅ ਦੇ ਨਾਲ, ਬੜੇ ਉਮਾਦ ਦੇ ਨਾਲ ਗੁਰੂ ਕੇ ਪਿਆਰੇ ਸਿੱਖ ਜੰਗ ਦੇ ਮੈਦਾਨ ਦੇ ਵਿੱਚ ਵੱਧ ਵੱਧ ਕੇ ਵੈਰੀਆਂ ਨੂੰ ਮਾਰ ਰਹੇ ਹਨ। ਅਬ ਪਹਾੜੀਆਂ ਕੀ ਵੱਡ ਸੈਨਾ, ਹੁਣ ਜਿਹੜੀ ਪਹਾੜੀਆਂ ਦੀ ਬੜੀ ਵੱਡੀ ਸੈਨਾ ਹੈ, 22 ਧਾਰ ਦੇ ਰਾਜਿਆਂ ਦੀ ਜੋ ਫੌਜ ਹੈ, ਕਹੋ ਕਥਾ ਬੀਤੀ ਜਿਮ ਰਹਿਣਾ, ਇਹ ਤਾਂ ਖਾਲਸੇ ਨੇ ਜਿਵੇਂ ਰਾਤ ਬਿਤਾਈ, ਆਪਣੇ ਸੂਰਮਿਆਂ ਦਾ ਸੰਸਕਾਰ ਕੀਤਾ, ਉਹਨਾਂ ਦਾ ਅਦਬ ਕੀਤਾ, ਫਿਰ ਜਲ ਪਾਣੀ ਛਕ ਕੇ ਫਿਰ ਮੋਰਚਿਆਂ ਤੇ ਪਹਿਰਾ ਦਿੱਤਾ। ਇਹ ਤਾਂ ਖਾਲਸੇ ਦੀ ਰਾਤ ਹੋ ਗਈ ਨਾ। ਦੂਸਰੇ ਪਾਸੇ ਜਿਵੇਂ ਪਹਾੜੀ ਰਾਜਿਆਂ ਦੀ ਫੌਜ ਵਿੱਚ ਬੀਤੀ, ਕਹਿੰਦੇ ਉਹ ਵੀ ਦੱਸਦੇ ਹਾਂ ਕਿਵੇਂ ਉਹਨਾਂ ਦੀ ਰਾਤ ਗੁਜ਼ਰੀ। ਗਿਰਪਦ ਅਰ ਗਿਰ ਨਰ ਸਮੁਦਾਇਆ, ਜਿਹੜੇ ਪਹਾੜੀ ਰਾਜੇ ਨੇ ਤੇ ਪਹਾੜੀ ਲੋਕ ਜਿਹੜੇ ਫੌਜਾਂ ਚੜ੍ਹ ਕੇ ਆਈਆਂ ਨੇ, ਉਹ ਸਾਰੇ ਉਸ ਸਮੇਂ ਕਿਤਕ ਪ੍ਰਜਾ ਅਰ ਸੁਬਟ ਲਰਾਇਆ, ਉਹਨਾਂ ਨੇ ਵੀ ਕਿੰਨੀ ਆਪਣੀ ਪ੍ਰਜਾ ਵੀ ਲੈ ਆਂਦੀ, ਕਿੰਨੇ ਸੂਰਮੇ ਜੰਗ ਦੇ ਮੈਦਾਨ ਵਿੱਚ ਲਿਆ ਕੇ ਲੜਾਏ ਹਨ। ਦੋਹਰਾ ਲਾਜ ਸ਼ੋਕ ਸਭ ਮਹਿ ਭਇਓ, ਚਿੰਤਾ ਹਿਰਦੈ ਉਪਾਏ। ਹੁਣ ਪਹਾੜੀ ਰਾਜਿਆਂ ਦੇ ਵਿੱਚ ਇੱਕ ਤਾਂ ਸ਼ਰਮ ਹੁਣ ਪੈਦਾ ਹੋ ਗਈ, ਇੱਕ ਤਾਂ ਦੁੱਖ ਹੋ ਗਿਆ ਨਾ ਵੀ ਇੰਨੀ ਫੌਜ ਮਰਾ ਲਈ।
ਦੂਜਾ ਉਹਨਾਂ ਨੂੰ ਸ਼ਰਮ ਆ ਰਹੀ ਹੈ, ਸ਼ਰਮਿੰਦੇ ਹੋ ਰਹੇ ਨੇ ਵੀ ਥੋੜੇ ਜਿਹੇ ਗੁਰੂ ਕੇ ਸਿੱਖ ਤੇ ਸਾਡੀ ਏਡੀ ਵੱਡੀ ਫੌਜ ਤੋਂ ਨਹੀਂ ਮਾਰੇ ਗਏ। ਗੁਰੂ ਸਾਹਿਬ ਦੀ ਨਿੱਕੀ ਜੀ ਫੌਜ ਨੇ ਸਾਡੀ ਏਡੀ ਵੱਡੀ ਪਹਾੜੀ ਰਾਜਿਆਂ ਦੀ ਫੌਜ ਨੂੰ ਹਰਾ ਕੇ ਰੱਖ ਦਿੱਤਾ। ਇਸ ਕਰਕੇ ਬੜੇ ਸ਼ਰਮਸਾਰ ਹੋ ਰਹੇ ਨੇ, ਸਾਰਿਆਂ ਦੇ ਮਨ ਵਿੱਚ ਚਿੰਤਾ ਪੈਦਾ ਹੋਈ ਹੈ। ਸੁਨਹੁ ਵਾਰਤਾ ਤਿਨਹੂ ਕੀ ਗਨ ਸ਼ਰੋਤਾ ਜਿਤ ਲਾਏ। ਤਾਂ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹਨਾਂ ਪਹਾੜੀਆਂ ਦੀ ਵੀ ਵਾਰਤਾ ਕਹਿਣ ਲੱਗਾ ਹਾਂ। ਹੇ ਸਰੋਤੇ ਜਨੋ, ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਚਿੱਤ ਲਾ ਕੇ ਸਰਵਣ ਕਰੋ। ਦੋਹਰਾ ਭੀਮ ਚੰਦ ਬਿਨ ਆਨੰਦ ਕੇ ਦੇਖ ਰਹਿਓ ਬਿਸਮਾਏ। ਭੀਮ ਚੰਦ ਬਿਨ ਆਨੰਦ ਕੇ ਭਾਵ ਆਨੰਦ ਤੋਂ ਬਿਨਾ ਬਹੁਤ ਦੁਖੀ ਹੋ ਕੇ, ਜਿਹੜਾ ਰਾਜਾ ਭੀਮ ਚੰਦ ਹੈ ਉਸ ਸਮੇਂ ਬੜਾ ਦੁਖੀ ਹੋਇਆ, ਬੜੀ ਹੈਰਾਨੀ ਦੇ ਨਾਲ ਵੇਖ ਰਿਹਾ ਆਪਣੇ ਸੂਰਮਿਆਂ ਵੱਲ, ਆਪਣੇ ਵਜ਼ੀਰਾਂ ਵੱਲ। ਵੀਰ ਹਜ਼ਾਰੋ ਬਚ ਰਹੇ ਲੋਥ ਨਹੀਂ ਕਿਮ ਲਿਆਏ। ਤੇ ਹਜ਼ਾਰਾਂ ਮੇਰੇ ਸੂਰਮੇ ਮਾਰੇ ਗਏ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੈਂ ਸਿਪਾਹੀ ਆਪਣੇ ਜਰਨੈਲ ਮਰਾ ਲਏ, ਪਰ ਫਿਰ ਵੀ ਜਮਤੁੱਲਾ ਭਾਊ ਦੀ ਜਿਹੜੀ ਲਾਸ਼ ਹੈ ਇਹਨਾਂ ਤੋਂ ਵਾਪਸ ਨਹੀਂ ਲਿਆਂਦੀ ਗਈ। ਅਲਪ ਖਾਲਸਾ ਅਰਿਓ ਲਹਿਓ ਹੈ। ਤਾਂ ਜਿਹੜਾ ਖਾਲਸਾ, ਅਲਪ ਕਹਿੰਦੇ ਥੋੜੇ ਨੂੰ, ਖਾਲਸਾ ਬਹੁਤ ਥੋੜਾ ਹੈ, ਪਰ ਫਿਰ ਵੀ ਕਹਿੰਦੇ ਵੀ ਇਹ ਗੱਲ ਵੇਖਣ ਵਿੱਚ ਆਈ ਹੈ ਵੀ ਖਾਲਸਾ ਜਿਹੜਾ ਹੈ ਉਹ ਅੜਿਆ ਹੋਇਆ ਹੈ। ਥੋੜੀ ਗਿਣਤੀ ਦੇ ਬਾਵਜੂਦ ਵੀ ਖਾਲਸਾ ਮੇਰੀ ਫੌਜਾਂ ਦੇ ਨਾਲ ਪੂਰੀ ਤਰ੍ਹਾਂ ਅੜਿਆ ਹੈ। ਬਹੁਤ ਹਮਾਰੀ ਦਿਸ਼ਾ ਰਹਿਓ ਹੈ। ਤਾਂ ਸਾਡੇ ਪਾਸੇ ਤਾਂ ਬਹੁਤ ਜ਼ਿਆਦੀ ਫੌਜ ਸੀ, ਸਾਡੇ ਵੱਲ ਤਾਂ ਬਹੁਤ ਜ਼ਿਆਦਾ ਜਰਨੈਲ ਸੀ, ਸੂਰਮੇ ਸੀ, ਪਰ ਖਾਲਸਾ ਤਾਂ ਥੋੜਾ ਜਿਹਾ। ਹੁਣ ਵੇਖੋ, ਭੀੜਾਂ ਵੇਖ ਕੇ ਫੈਸਲੇ ਨਹੀਂ ਹੁੰਦੇ। ਅੱਜ ਹਰ ਕੋਈ ਨਾ ਗਿਣਤੀਆਂ ਕਰਾਉਂਦਾ ਫਿਰਦਾ ਵੀ ਇੰਨੇ ਕੁ ਮੇਰੇ ਮਗਰ ਨੇ, ਇੰਨੇ ਮੇਰੇ ਮਗਰ ਨੇ। ਜੰਗ ਦੇ ਮੈਦਾਨ ਹੋਣ ਜਾਂ ਧਰਮ ਦੇ ਕਾਰਜ ਹੋਣ, ਕਦੀ ਗਿਣਤੀਆਂ ਦੇ ਨਾਲ ਨਹੀਂ ਵੇਖੇ ਜਾਂਦੇ। ਹੁਣ ਜੇ ਗਿਣਤੀਆਂ ਦੀ ਗੱਲ ਹੁੰਦੀ ਤੇ ਫਿਰ ਤਾਂ ਪਹਾੜੀ ਰਾਜੇ ਜਿੱਤ ਜਾਂਦੇ। ਉਹ ਆਪ ਮੰਨਦੇ ਨੇ ਵੀ ਸਾਡੀ ਫੌਜ ਜ਼ਿਆਦਾ, ਗੁਰੂ ਕੇ ਸਿੱਖ ਥੋੜੇ ਨੇ। ਪਰ ਨਾ ਕਦੀ ਜੰਗਾਂ ਗਿਣਤੀਆਂ ਦੇ ਉੱਤੇ ਡਿਪੈਂਡ ਹੁੰਦੀਆਂ, ਜੰਗਾਂ ਦਾ ਗਿਣਤੀਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਇੱਦਾਂ ਜਿਹੜੇ ਧਰਮ ਦੇ ਕਾਰਜ ਹੁੰਦੇ ਉਹ ਵੀ ਗਿਣਤੀਆਂ ਵੇਖ ਕੇ ਨਹੀਂ ਹੁੰਦੇ। ਅੱਜ ਦੁਨੀਆ ਵਿੱਚ ਵੇਖੋ, ਈਸਾਈਆਂ ਦੀ ਬੜੀ ਵੱਡੀ ਗਿਣਤੀ ਹੈ, ਮੁਸਲਮਾਨਾਂ ਦੀ ਬੜੀ ਵੱਡੀ ਗਿਣਤੀ ਹੈ, ਹਿੰਦੂ ਧਰਮ ਦੀ ਬੜੀ ਵੱਡੀ ਗਿਣਤੀ ਹੈ, ਤੇ ਸਿੱਖਾਂ ਨੂੰ ਪਤਾ ਕੀ ਕਹਿੰਦੇ ਨੇ, ਕਹਿੰਦੇ 2% ਨੇ। ਇਹ ਤਾਂ ਕਹਿੰਦੇ ਇੰਨੇ ਕੁ ਬਸ 2%। ਜਿਹੜੇ ਈਸਾਈ ਲੋਕਾਂ ਨੂੰ ਧਰਮ ਬਦਲਣ ਦੇ ਨਾਂ ਤੇ ਫੀਸਾਂ ਮਾਫ ਕਰਦੇ ਸੀ ਸਕੂਲਾਂ ਦੀਆਂ, ਲੋਕਾਂ ਨੂੰ ਕਹਿੰਦੇ ਸੀ ਤੁਹਾਡੇ ਘਰ ਦਾ ਖਰਚਾ ਚੁੱਕਾਂਗੇ, ਅੱਜ ਮੁਸੀਬਤ ਪਈ ਕੋਈ ਲੱਭਾ ਜੇ ਤੁਹਾਨੂੰ ਇੰਨਾ ਹੀ ਲੋਕ ਭਲਾਈ ਦਾ ਸ਼ੌਂਕ ਸੀ ਤੇ ਅੱਜ ਕਰਦੇ ਲੋਕ ਭਲਾਈ। ਇਹ ਲੋਕ ਭਲਾਈ ਥੋੜਾ ਵੀ ਸਾਡੇ ਧਰਮ ਵਿੱਚ ਆਓ ਤੇ ਤਾਂ ਤੁਹਾਨੂੰ ਕੁਝ ਦਿੰਦੇ ਆ। ਅੱਜ ਜਿਨ੍ਹਾਂ ਦੀ ਕਰੋੜਾਂ ਅਰਬਾਂ ਵਿੱਚ ਗਿਣਤੀ ਹੈ, ਨਾ ਕੋਈ ਮੁਸਲਮਾਨ ਨਾ ਕੋਈ ਹਿੰਦੂ ਲੱਭਾ। ਇਹ ਅੱਜ ਸਾਰੀ ਦੁਨੀਆ ਦੀ ਨਜ਼ਰ ਕੀਤੇ ਆ ਜਿਨ੍ਹਾਂ ਨੂੰ ਕਹਿੰਦੇ 2% ਨੇ। ਤਾਂ ਕੋਈ ਵੀ ਜਿਹੜਾ ਦਾਨ ਕਰਨਾ ਜਾਂ ਸੂਰਮਿਆਂ ਵਾਲਾ ਕੰਮ ਹੈ ਨਾ, ਉਹਦੇ ਵਿੱਚ ਗਿਣਤੀਆਂ ਨਹੀਂ ਵੇਖੀਆਂ ਜਾਂਦੀਆਂ। ਅੱਜ ਲੋਕ ਕਹਿ ਦਿੰਦੇ ਜੀ ਮੈਨੂੰ ਲੱਖ ਬੰਦਾ ਸੁਣਦਾ, ਮੈਨੂੰ 2 ਲੱਖ ਬੰਦਾ ਸੁਣਦਾ, ਤੇ 10-10, 20-20 ਲੱਖ ਬੰਦਾ ਤਾਂ ਮੈਂ ਕਹਿੰਦਾ ਗਵਈਆਂ ਨੂੰ ਸੁਣਦਾ। ਫਿਰ ਉਹ ਸੱਚ ਬੋਲਦੇ ਹੋਣਗੇ। ਇਹਨਾਂ ਗਿਣਤੀਆਂ ਦਾ ਕੋਈ ਭਾਵ ਨਹੀਂ। ਮਹਾਰਾਜ ਦੀ ਬਾਣੀ ਤਾਂ ਕਹਿੰਦੀ ਵੀ ਤੂੰ ਇਕੱਲੇ ਹੀ ਜਾਣਾ, ਇਕੱਲਾ ਆਇਆ। ਇਹ ਪਤਾ ਨਹੀਂ ਕਾਹਦਾ ਮਨ ਕੀਤੀ ਬੈਠੇ ਨੇ। ਤਾਂ ਪਹਾੜੀ ਰਾਜੇ ਕਹਿੰਦੇ ਨੇ ਵੀ ਸਾਡੀ ਗਿਣਤੀ ਬਹੁਤ ਜ਼ਿਆਦਾ, ਗੁਰੂ ਕੇ ਸਿੱਖਾਂ ਦੀ ਗਿਣਤੀ ਬਹੁਤ ਘੱਟ, ਫਿਰ ਵੀ ਅੜੇ ਹੋਏ ਹਨ। ਭੱਜ ਭੱਜ ਰਹੇ ਹੀਲ ਕੋ ਡਾਲਤ। ਤਾਂ ਉਹ ਤਾਂ ਜਿੱਥੇ ਉਹਨਾਂ ਨੇ ਪੈਰ ਗੱਡਤਾ ਉੱਥੇ ਹੀ ਨੇ ਬਸ। ਉਹਨਾਂ ਨੇ ਤਾਂ ਆਪਣਾ ਪੈਰ ਪਿੱਛੇ ਹਟਾਇਆ ਨਹੀਂ। ਸਾਡੇ ਸੂਰਮੇ ਪਚ ਰਹੇ, ਭਾਵ ਮਰਦੇ ਰਹੇ, ਸਾਡੀ ਫੌਜ ਮਰਦੀ ਰਹੀ।
ਪਰ ਉਹਨਾਂ ਨੂੰ ਹਿਲਾ ਨਹੀਂ ਸਕੇ। ਅਨਕ ਪ੍ਰਕਾਰਨ ਕੇਵਲ ਘਾਲਤ, ਅਨੇਕਾਂ ਤਰ੍ਹਾਂ ਦੇ ਬਲ ਲਾ ਲਏ, ਜ਼ੋਰ ਲਾ ਲਿਆ, ਹਰੇਕ ਬਣਦੀ ਵਾਹ ਲਾ ਲਈ, ਪਰ ਗੁਰੂ ਕਾ ਖਾਲਸਾ ਇਹਨਾਂ ਤੋਂ ਪਿੱਛੇ ਨਹੀਂ ਹਟਾਇਆ ਗਿਆ। ਨਹੀਂ ਕਿਸਹੂ ਨੇ ਸਿੰਘ ਹਿਲਾਏ, ਕਿਸੇ ਤੋਂ ਨਹੀਂ ਹਿਲਾਏ ਗਏ ਸਿੰਘ ਗੁਰੂ ਦੇ, ਜਿੱਥੇ ਅੜ ਗਏ ਉੱਥੇ ਹੀ ਅੜੇ ਹੋਏ ਹਨ। ਗਾਡ ਨਿਸ਼ਾਨ ਥਿਰੈ ਜਿਸ ਥਾਏ, ਜਿੱਥੇ ਉਹਨਾਂ ਨੇ ਆਪਣਾ ਨਿਸ਼ਾਨ ਸਾਹਿਬ ਗੱਡ ਦਿੱਤਾ ਨਾ, ਜਿੱਥੇ ਜਮਤੁੱਲਾ ਭਾਊ ਦੀ ਲਾਸ਼ ਪਈ ਹੈ, ਉੱਥੇ ਗੁਰੂ ਕੇ ਪਿਆਰਿਆਂ ਨਿਸ਼ਾਨ ਗੱਡਿਆ ਹੋਇਆ, ਮੋਰਚਾ ਲਾਇਆ ਹੋਇਆ, ਤਾਂ ਉਸੇ ਥਾਂ ਤੇ ਅੜੇ ਹੋਏ ਹਨ, ਟਿਕੇ ਹੋਏ ਹਨ। ਕਿਮ ਇਹ ਲੜਤੇ ਤਾਹਾਂ ਨਰਨ ਮੈਂ, ਤਾਂ ਪਤਾ ਨਹੀਂ ਵੀ ਕਿਵੇਂ ਲੜਦੇ ਇੰਨੇ ਲੋਕਾਂ ਦੇ ਨਾਲ, ਇੰਨੀ ਜ਼ਿਆਦਾ ਫੌਜਾਂ ਦੀ ਭੀੜ ਦੇ ਨਾਲ ਇਹ ਮੁੱਠੀ ਭਰ ਸਿੰਘ ਕਿਵੇਂ ਲੜ ਲੈਂਦੇ ਹਨ। ਇਮ ਸੋਚਤ ਗਿਰਪਤ ਬਹੁ ਮਨ ਮੈਂ, ਇਸ ਤਰ੍ਹਾਂ ਜਿਹੜਾ ਪਹਾੜੀ ਰਾਜਾ ਭੀਮ ਚੰਦ ਹੈ, ਆਪਣੇ ਮਨ ਦੇ ਵਿੱਚ ਸੋਚ ਰਿਹਾ ਹੈ, ਮਨ ਦੇ ਵਿੱਚ ਚਿੰਤਾ ਕਰ ਰਿਹਾ ਹੈ ਵੀ ਪਤਾ ਨਹੀਂ ਸਿੱਖਾਂ ਕੋਲ ਕਿਹੜੀ ਤਾਕਤ ਹੈ। ਇਹ ਥੋੜੇ ਜਿਹੇ ਵੀ ਬਹੁਤਿਆਂ ਦੇ ਭਾਰੂ ਪੈ ਜਾਂਦੇ ਹਨ। ਹਟੀ ਚਮੂ ਲਰਪੇ ਪਿਛਵਾਈ, ਤਾਂ ਜਿਹੜੀ ਪਹਾੜੀ ਰਾਜਿਆਂ ਦੀ ਫੌਜ ਹੈ ਉਹ ਲੜ ਨਹੀਂ ਰਹੀ, ਲੜਾਈ ਦੇ ਵਿੱਚੋਂ ਪਿੱਛੇ ਹਟ ਗਈ ਹੈ। ਆਏ ਸਿਵਰ ਘਾਲਿਓ ਗਿਰ ਰਾਈ, ਤਾਂ ਉਹਨਾਂ ਨੇ ਆ ਕੇ ਡੇਰਾ ਕਰ ਲਿਆ, ਆਪਣਾ ਪੜਾਅ ਕਰ ਲਿਆ ਹੈ, ਜਿੱਥੇ ਪਹਾੜੀ ਰਾਜਿਆਂ ਦੇ ਤੰਬੂ ਲੱਗੇ ਨੇ, ਉੱਥੇ ਸਿਵਰ ਹੈ ਫੌਜ ਦਾ, ਸਾਰੀ ਫੌਜ ਉੱਥੇ ਪਰਤਾਈ ਹੈ। ਇਸ ਤੋਂ ਅੱਗੇ ਜਿਵੇਂ ਇਹ ਮਸ਼ਵਰਾ ਕਰਨਗੇ ਵੀ ਮਹਾਰਾਜ ਦੇ ਨਾਲ ਕਿਵੇਂ ਜੰਗ ਜਿੱਤਿਆ ਜਾਵੇ, ਉਹ ਵਿਚਾਰ ਆਪ ਸੰਗਤਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰੋਗੇ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਗਰੀਬ ਨਵਾਜ਼ ਸਤਿਗੁਰੂ ਜੀ ਕਿਰਪਾ ਕਰਨ, ਅੱਗੇ ਵਾਸਤੇ ਸਮੱਤ ਬਖਸ਼ਣ। ਲੇਖਾ ਹੈ ਕਥਾ ਹੈ ਨਾ ਛੂਟੀਐ, ਖਿਣ ਖਿਣ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ। ਹਟੀ ਜੰਮੂ ਲਰਵੇ ਪਿਛਵਾਈ, ਆਏ ਸਿਵਰ ਘਾਲਿਓ ਗਿਰ ਰਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।